ਜਸਬੀਰ ਮੰਡ ਦਾ ਨਾਵਲ ਬੋਲ ਮਰਦਾਨਿਆਂ ਦਾ 33ਵੇਂ ਅੰਗ ਦਾ ਬਾਕੀ ਦਾ ਹਿੱਸਾ। ਮਾਨ ਸਰੋਵਰ ਦੇ ਕੰਢੇ ਬੈਠ ਕੇ ਕੁਦਰਤ ਦੇ ਸ਼ੁੱਧ ਰੂਪ ਨੂੰ ਵੇਖਣ ਦਾ ਵੱਖਰਾ ਅਨੁਭਵ ਸੀ। ਪਲਾਂ 'ਚ ਸਰਦ ਹਵਾਵਾਂ ਚੱਲ ਪੈਂਦੀਆਂ, ਸਿਰ ਉੱਤੇ ਬੱਦਲਾਂ ਦੇ ਸਾਏ ਘੁੰਮਣ ਲੱਗਦੇ, ਸਰੀਰ ਨੂੰ ਅਚਾਨਕ ਗਰਮੀ ਦੀ ਲੋੜ ਮਹਿਸੂਸ ਹੋਣ ਲੱਗਦੀ। ਮਰਦਾਨਾ ਇਸ ਤਰ੍ਹਾਂ ਕਈ ਵਾਰ ਕੰਢੇ 'ਤੇ ਬੈਠਿਆ। ਹਰ ਵਾਰੀ ਸਰੀਰ ਦਾ ਤਾਲਮੇਲ ਠਰ ਜਾਂਦਾ ਅਤੇ ਉਹ ਪਹਾੜੀ ਪਿੱਛੇ ਪੱਥਰਾਂ ਦੀ ਓਟ 'ਚ ਚਲਾ ਜਾਂਦਾ। ਅੱਜ ਸਵੇਰ ਤੋਂ ਧੁੱਪ ਨਿਕਲੀ ਸੀ, ਹਵਾ ਵੀ ਸੰਜਮ 'ਚ ਰਹੀ। ਅੱਜ ਕੱਲ੍ਹ ਬਾਬਾ ਤਾਂ ਕੀਰਤਨ ਤੋਂ ਬਾਅਦ ਵੀ ਵਿਹਲਾ ਨਹੀਂ ਸੀ ਹੁੰਦਾ। ਪਹਿਲਾਂ ਹੀ ਸਾਧਾਂ ਦੀ ਕੋਈ ਮੰਡਲੀ ਉਹਨੂੰ ਸੱਦਣ ਲਈ ਖੜੀ ਦਿਸਦੀ। ਵਾਪਸ ਆ ਕੇ ਬਾਬਾ ਸਮਾਧੀ 'ਚ ਚਲਾ ਜਾਂਦਾ। ਉਦੋਂ ਤੱਕ ਅਗਲੇ ਕੀਰਤਨ ਦਾ ਸਮਾਂ ਹੋ ਜਾਂਦਾ। ਕੱਲ੍ਹ ਉਹਨੂੰ ਇਕੱਲਾ ਬੈਠਾ ਵੇਖ ਲੰਘਦੇ ਸਾਧੂਆਂ ਨੇ ਕਿਹਾ ਸੀ, ਭਾਈ ਸਾਧੂਆ, ਇਸ ਪੰਦਰਵਾੜੇ 'ਚ ਥੱਲੇ ਉਤਰ ਜਾਈਂ, ਬਰਸਾਤਾਂ ਨੇ ਫੇਰ ਲੰਘਣ ਨਹੀਂ ਦੇਣਾ। ਇਹ ਫਿਕਰ ਤਾਂ ਉਹਨੇ ਬਾਬੇ ਉੱਤੇ ਛੱਡ ਦਿੱਤਾ, ਪਰ ਸਾਹਮਣੇ ਉੱਚੀਆਂ ਪਹਾੜੀਆਂ 'ਚ ਚੱਲਦੀਆਂ ਹਵਾਵਾਂ ਦੀ ਗੂੰਜ ਸੁਣਨ ਲੱਗਾ। ਠੰਡੀਆਂ ਹਵਾਵਾਂ ਪਹਾੜਾਂ ਦੀਆਂ ਵਿਰਲਾਂ 'ਚੋਂ ਲੰਘਦੀਆਂ ਕਿੰਨੀਆਂ ਸੁਰੀਲੀਆਂ ਹੋ ਗਈਆਂ ਸੀ। ਥੋੜ੍ਹੀ ਦੇਰ ਪਹਿਲਾਂ ਬਾਬਾ ਵੀ ਉਹਦੇ ਸਾਹਮਣੇ ਵਾਲੇ ਪੱਥਰ ਉੱਤੇ ਆ ਬੈਠਾ ਸੀ। ਇੱਕ ਗੁਫਾ ਪਹਾੜੀ ਦੀ ਠੋਡੀ ਥੱਲੇ ਸੀ। ਇੱਕ ਲੰਬਾ ਪੱਥਰ ਜਿਹੜਾ ਪਹਿਲਾਂ ਜੀਭ ਵਾਂਗ ਬਾਹਰ ਨਿਕਲਿਆ ਸੀ, ਨੇੜੇ ਆ ਕੇ ਉਹਦੀ ਦੇਹਲੀ ਬਣ ਗਈ ਸੀ। ਕਈ ਦਿਨਾਂ ਤੋਂ ਇੱਕ ਸ਼ਿਸ਼ ਆਪਣੇ ਗੁਰੂ ਨੂੰ ਮਿਲਾਉਣ ਲਈ ਬਾਬੇ ਨੂੰ ਬੇਨਤੀ ਕਰ ਰਿਹਾ ਸੀ। ਅੱਜ ਉਹ ਆਪਣੇ ਗੁਰੂ ਵੱਲ ਬਾਬੇ ਨੂੰ ਤੋਰਨ 'ਚ ਸਫਲ ਹੋ ਗਿਆ ਸੀ। ਗੁਫਾ ਥੱਲਿਓਂ ਉੱਪਰ ਵੱਲ ਚੜ੍ਹ ਰਹੀ ਸੀ। ਹਰ ਮੋੜ ਉੱਤੇ ਜਲਦੀਆਂ ਲੱਕੜਾਂ ਦਾ ਚਾਨਣ ਸੀ। ਉੱਪਰ ਵੱਲ ਚੜ੍ਹਦਿਆਂ ਦੋਵੇਂ ਪਾਸੇ ਕਾਸਿਆਂ ਦੀ ਲੰਮੀ ਕਤਾਰ ਸੀ। ਇਹ ਸਭ ਗੁਜ਼ਰ ਗਏ ਫਕੀਰਾਂ ਦੇ ਕਾਸੇ ਨੇ। ਜਿਸ ਤਰ੍ਹਾਂ ਉਹ ਗੁਫਾ ਅੰਦਰ ਉੱਪਰ ਵੱਲ ਚੜ੍ਹ ਰਹੇ ਸਨ, ਜਾਪਦਾ ਸੀ ਇਸ ਪਹਾੜੀ ਦੀ ਚੋਟੀ ਖਤਮ ਹੋ ਜਾਏਗੀ। ਅਖੀਰ 'ਚ ਮਰਦਾਨੇ ਨੂੰ ਸਿਰ ਉੱਪਰ ਇੱਕ ਮੋਗਾ ਦਿਸਿਆ, ਜਿੱਥੋਂ ਸੂਰਜ ਦੀ ਰੌਸ਼ਨੀ ਆ ਰਹੀ ਸੀ। ਸਾਹਮਣੇ ਇੱਕ ਬਹੁਤ ਹੀ ਬਿਰਧ ਸਰੀਰ ਪੱਥਰ ਦੇ ਆਸਣ 'ਤੇ ਬੈਠਾ ਸੀ। ਕਦੇ ਇਹ ਆਸਣ ਮੈਂ ਮੱਲਿਆ ਸੀ, ਹੁਣ ਕਿਸੇ ਲਈ ਇਹਨੂੰ ਛੱਡ ਵੀ ਨਹੀਂ ਸਕਦਾ। ਮੈਂ ਛੱਡਿਆ ਮੰਨ ਲਿਆ। ਇੰਨਾ ਕਹਿ ਬਾਬਾ ਤੇ ਮਰਦਾਨਾ ਸਾਹਮਣੇ ਘਸੇ ਹੋਏ ਪੱਥਰਾਂ ਦੇ ਟਿਕਾਣਿਆਂ 'ਤੇ ਜਾ ਬੈਠੇ। ਮੈਂ ਤੁਹਾਡਾ ਟਿਕਾਣਾ ਨਹੀਂ ਪੁੱਛਾਂਗਾ। 15 ਦਹਾਕਿਆਂ ਤੋਂ ਉੱਪਰ ਚੱਲ ਰਿਹਾ ਮੇਰਾ ਸ਼ਿਸ਼ ਰੋਜ਼ ਮੈਨੂੰ ਤੁਹਾਡੀਆਂ ਗੱਲਾਂ ਦੱਸਦਾ ਸੀ। ਜਗਿਆਸਾ ਹੋ ਗਈ ਸੀ ਮਿਲਣ ਦੀ। ਸਭ ਹੁਕਮ ਦਾ ਪਸਾਰਾ ਹੈ, ਉਸੇ ਹੁਕਮ 'ਚ ਮੈਂ ਆ ਗਿਆ। ਬੈਠੇ ਸਾਧੂ ਦੀ ਦਾੜ੍ਹੀ ਗੋਦੀ 'ਚ ਇਕੱਠੀ ਹੋਈ ਸੀ। ਵੇਖਣ ਲਈ ਉਹ ਆਪਣੀਆਂ ਭੇਫੜਾਂ ਹੱਥਾਂ ਨਾਲ ਅੱਖਾਂ ਤੋਂ ਪਰੇ ਕਰਦਾ। ਉਹਦੇ ਬਿਰਧ ਹੱਥਾਂ ਉੱਤੇ ਜੱਤ ਸੀ। ਉੱਪਰੋਂ ਪੂਰੀ ਤਰ੍ਹਾਂ ਨੰਗਾ, ਸਿਰਫ ਦਾੜ੍ਹੀ ਨੇ ਉਹਦਾ ਲਿੰਗ ਢਕਿਆ ਸੀ। ਬਾਬੇ ਵੱਲ ਵੇਖਦਾ ਉਹ ਉਤੇਜਿਤ ਹੁੰਦਾ ਜਾ ਰਿਹਾ ਸੀ। ਤੁਸੀਂ ਮੇਰੇ ਲਈ ਕੀ ਕਹਿਣਾ ਚਾਹੁੰਦੇ ਹੋ? ਬਿਰਧ ਸਾਧੂ ਦੀ ਆਵਾਜ਼ ਆਈ। ਇੰਨੀ ਲੰਬੀ ਸਾਧਨਾ 'ਚ ਕਿੱਥੇ ਅੜਚਣ ਰਹੀ? ਇਹ ਤੁਹਾਡਾ ਸਵਾਲ ਸਿਰਫ ਤੁਹਾਡੇ ਲਈ ਹੀ ਹੈ। ਹੁਣ ਤਾਂ ਸਰੀਰ ਇੱਕ ਧਰਿਆ ਹੋਇਆ ਬੋਝ ਬਣ ਗਿਆ ਹੈ। ਪੁੱਛਣਾ ਤਾਂ ਕਦੇ ਵੀ ਰੁਕ ਸਕਦਾ ਹੈ। ਸਰੀਰ ਲਈ ਤਾਂ ਕੁਝ ਪੁੱਛਣਾ ਹੀ ਨਹੀਂ ਸੀ। ਇਹਦੇ ਅੰਦਰ ਪਹਿਲਾਂ ਹੀ ਬਹੁਤ ਵਿਧੀਆਂ ਨੇ। ਮੈਂ ਤਾਂ ਸਾਰੀ ਉਮਰ ਜੋਗ ਨੂੰ ਸਰੀਰ ਕੋਲੋਂ ਹੀ ਪੁੱਛਦਾ ਰਿਹਾ। ਜਦੋਂ ਥੱਕ ਜਾਂਦਾ ਸੀ, ਅੱਕ ਜਾਂਦਾ, ਸਰੀਰ ਸੌਂ ਕੇ ਫੇਰ ਉੱਠ ਖੜ੍ਹਦਾ ਸੀ। ਸਰੀਰ ਤਾਂ ਤੁਹਾਡੇ ਨਾਲੋਂ ਦੁਨਿਆਵੀ ਲੋਕਾਂ ਦਾ ਹੋਰ ਵੀ ਸੋਹਣਾ ਬੋਲ ਲੈਂਦਾ। ਮੇਰਾ ਮੌਨ ਕਿਤੇ ਇਸ ਸਰੀਰ ਦੀ ਥਕਾਵਟ ਵਿੱਚ ਹੀ ਨਾ ਗੁੰਮ ਹੋ ਜਾਏ। ਮੈਨੂੰ ਕੋਈ ਆਖਰੀ ਵਿਧੀ ਦੱਸ ਦਿਓ। ਜਿਹਨੂੰ ਖੋਜਣਾ ਸੀ ਉਹ ਤਾਂ ਸਰੀਰ ਹੈ ਹੀ ਨਹੀਂ ਸੀ। ਪੁੱਛਣਾ ਇਹ ਧਿਆਨ 'ਚ ਬੈਠ ਕੇ, ਇੱਕ ਸੁਰਤ ਬੈਠੀ ਹੈ ਜੋ ਜਾਗਦੀ ਰਹਿੰਦੀ ਹੈ। ਬਹੁਤ ਭੁਲੇਖੇ ਪੈਣਗੇ ਜਾਗ ਉੱਠੇ ਸਰੀਰ ਦੇ ਭੇਸ ਵਿੱਚ। ਮਨ ਫੇਰ ਦੇਹ ਦੀਆਂ ਵਿਧੀਆਂ ਵੱਲ ਮੋੜੇਗਾ। ਜਦ ਵਿਧੀਆਂ ਭੁੱਲ ਗਈਆਂ ਫਿਰ ਉਸ ਯਾਦ ਨੂੰ ਵੇਖੀ। ਯਾਦ ਦਾ ਉਹ ਸਕਾ ਸ਼ਬਦ ਆਕਾਰ ਤੋਂ ਬਾਹਰ ਵੀ ਗੂੰਜਦਾ ਸੁਣੇਗਾ। ਥੋੜ੍ਹੀ ਦੇਰ ਲਈ ਚੁੱਪ ਪਸਰੀ ਰਹੀ। ਫਿਰ ਬਾਬਾ ਚੁੱਪਚਾਪ ਉੱਠ ਖੜੋਤਾ। ਰਾਹ ਦੱਸਣ ਲਈ ਸ਼ਿਸ਼ ਅੱਗੇ ਹੋ ਗਿਆ ਸੀ। ਇੱਕ ਵਾਰ ਫੇਰ ਮੂੰਹ ਘੁਮਾਇਓ, ਮੈਂ ਡੰਡੌਤ ਕਰਨੀ ਹੈ। ਮਰਦਾਨੇ ਨੇ ਇੱਕ ਬਿਰਧ ਸਰੀਰ ਅੱਗੇ ਵੱਲ ਝੁਕਦਾ ਵੇਖਿਆ। ਪਰਮ ਗਿਆਨ ਇਸ ਤਰ੍ਹਾਂ ਖਲਕਤ ਵੱਲ ਝੁਕਣਾ ਚਾਹੀਦਾ ਹੈ। ਤਿਆਗ ਨੇ ਸਾਧੂ ਪਰਜਾ ਤੋਂ ਬਹੁਤ ਦੂਰ ਕਰ ਦਿੱਤੇ ਨੇ। ਗੁਫਾ 'ਚ ਗਰਜਦੀ ਬਾਬੇ ਦੀ ਆਵਾਜ਼ ਉਹਨਾਂ ਤੋਂ ਪਹਿਲਾਂ ਬਾਹਰ ਨਿਕਲ ਗਈ। ਮਰਦਾਨੇ ਨੇ ਮੱਥੇ ਦੀ ਤਰੇਲੀ ਪੋਚੀ। ਅਜਿਹੇ ਸੰਵਾਦ ਕਾਂਬੇ ਛੇੜ ਦਿੰਦੇ ਨੇ। ਜਦ ਕਿਸੇ ਦੀ 1.5 ਸਦੀ ਦੀ ਤਪੱਸਿਆ ਇੱਕ ਵਾਕ ਅੱਗੇ ਡੰਡੌਤ ਕਰਦੀ ਦਿਸਦੀ ਹੈ। ਕਈ ਵਾਰੀ ਮਰਦਾਨੇ ਨੂੰ ਜਾਪਦਾ ਬਹੁਤ ਉੱਚਾਈ 'ਤੇ ਪੁੱਜ ਗਿਆ, ਪਰ ਥੱਲੇ ਉਤਰਦਾ ਰਾਹ ਚੜ੍ਹਨ ਵੇਲੇ ਧਿਆਨ ਨਾਲ ਕਿਉਂ ਨਹੀਂ ਵੇਖਿਆ? ਬਾਬੇ ਦੇ ਸ਼ਬਦਾਂ 'ਚ ਅਜਿਹੀਆਂ ਹੀ ਧੜਕਣਾਂ ਸੁਣਦੀਆਂ ਨੇ। ਸ਼ਿਸ਼ ਹੁਣ ਉਹਨਾਂ ਦੇ ਪਿੱਛੇ ਚੱਲ ਰਿਹਾ ਸੀ। ਗੁਫਾ ਦਾ ਆਖਰੀ ਮੋੜ ਮੁੜਦਿਆਂ ਮਰਦਾਨੇ ਦੇ ਮੂੰਹੋਂ ਨਿਕਲ ਹੀ ਗਿਆ, ਬਾਬਾ, ਤਪੱਸਿਆ 'ਚ ਅਮੁਕਤੀ ਦੀ ਟੀਸ ਵੇਖੀ ਨਹੀਂ ਜਾਂਦੀ, ਅੰਦਰ ਚੀਰ ਹੋ ਜਾਂਦਾ ਹੈ ਬਾਬਾ। ਬੀਜ ਨੇ ਸਿਰਫ ਮਿੱਟੀ ਦੇ ਇਕਾਂਤ ਵਿੱਚ ਹੀ ਨਹੀਂ ਸੀ ਜੀਣਾ ਹੁੰਦਾ,
ਆਪਣੀਆਂ ਹਰੀਆਂ ਸੋਝੀਆਂ ਲੈ ਕੇ ਧੁੱਪ ਵੀ ਸੇਕਣੀ ਹੁੰਦੀ ਹੈ। ਫਿਰ ਕੀ ਬਾਬਾ, ਇਹ ਸਭ ਮਿੱਟੀ ਦੇ ਇਕਾਂਤ ਤੋਂ ਡਰੇ ਹੋਏ ਬੀਜ ਨੇ? ਮਤਲਬ ਸਾਧੂ? ਹਾਂ, ਤੂੰ ਠੀਕ ਸਮਝਿਆ। ਸੋਝੀਆਂ ਬੀਜ ਨੂੰ ਬਾਹਰ ਨਿਕਲ ਕੇ ਹੀ ਦਿਸਣੀਆਂ ਹੁੰਦੀਆਂ ਨੇ। ਉਸ ਗੁਫਾ 'ਚੋਂ ਨਿਕਲ ਕਦੋਂ ਆਪਣੀ ਗੁਫਾ 'ਚ ਆ ਵੜੇ ਮਰਦਾਨੇ ਨੂੰ ਪਤਾ ਹੀ ਨਹੀਂ ਲੱਗਿਆ। ਉਹ ਇਹ ਵੀ ਭੁੱਲ ਗਿਆ ਕਿ ਕੋਈ ਤੀਜਾ ਜਣਾ ਵੀ ਉਹਦੇ ਨਾਲ ਚੱਲ ਰਿਹਾ ਸੀ। ਇਹ ਇੰਨੀ ਲੰਬੀ ਸਾਧਨਾ ਵੀ ਉਸ ਸਾਧੂ ਨੂੰ ਇਹ ਨਹੀਂ ਦੱਸ ਸਕੀ ਬਾਬਾ। ਬੀਜ ਮਿੱਟੀ 'ਚ ਰਹਿ ਕੇ ਵੀ ਸੜ ਸਕਦਾ ਹੈ। ਅਜਿਹੀਆਂ ਘੜੀਆਂ ਲਈ ਤਾਂ ਗੁਰੂ ਹੁੰਦਾ ਹੈ। ਗੁਫਾ ਅੰਦਰ ਨਿੱਘ ਸੀ। ਥੋੜ੍ਹੀ ਦੇਰ ਬਾਅਦ ਬਾਬੇ ਦੀ ਆਵਾਜ਼ ਆਈ, ਮਰਦਾਨਿਆਂ ਜਾ, ਸ਼ਿਸ਼ ਬਾਹਰ ਖੜਾ ਹੋਏਗਾ। ਬਾਬਾ ਕੀ ਕਵਾਂ ਉਹਨੂੰ? ਵੇਖ ਕੇ ਸੋਚ ਲਈ। ਥੋੜ੍ਹੀ ਦੇਰ ਬਾਅਦ ਮਰਦਾਨਾ ਉਹਨੂੰ ਅੰਦਰ ਨਾਲ ਲੈ ਆਇਆ। ਚਾਨਣੀ ਰਾਤ ਦੇ ਕੁਝ ਪਰਛਾਵੇਂ ਗੁਫਾ ਅੰਦਰ ਵੜਦੇ ਸੀ। ਉਹਨਾਂ ਕਿਰਨਾਂ ਦੀ ਝਲਕ ਵਿੱਚ ਮਰਦਾਨੇ ਨੇ ਉਸ ਸ਼ਿਸ਼ ਦਾ ਕਈ ਵਾਰ ਚਿਹਰਾ ਦੇਖਿਆ। ਕੀ ਵੇਖ ਉਹਨੂੰ ਅੰਦਰ ਲੈ ਆਇਆ ਸੀ? ਗੁਫਾ ਤੋਂ ਦੁਬਾਰਾ ਬਾਹਰ ਨਿਕਲ ਕੇ ਉਹ ਸਭ ਤੋਂ ਪਹਿਲਾਂ ਇਹੋ ਵੇਖੇਗਾ। ਕਾਂਡ 34ਵਾਂ। ਮਾਨਸਰੋਵਰ ਦੇ ਆਲੇ ਦੁਆਲੇ ਹਰ ਰੋਜ਼ ਤੁਰਦੀਆਂ ਮੰਡਲੀਆਂ ਥੱਲੇ ਵੱਲ ਉਤਰਨੀਆਂ ਸ਼ੁਰੂ ਹੋ ਗਈਆਂ ਸਨ। ਜੇਠ ਦਾ ਅਖੀਰ ਚੱਲ ਰਿਹਾ ਸੀ। ਕੋਈ ਜਟਾਧਾਰੀ ਸਾਧ ਉੱਪਰ ਵੱਲ ਵੇਖ ਕੇ ਕਹਿੰਦਾ, ਯਾਤਰੀਓ ਹੁਣ ਨਿਕਲ ਪਓ, ਇਸ ਵਾਰੀ ਬਰਸਾਤ ਅਗੇਤੀ ਆਏਗੀ। ਇੱਥੇ ਹੀ ਰਹਿਣ ਵਾਲੇ ਜਟਾਧਾਰੀ ਸਾਧੂ ਪਰਬਤਾਂ ਦੀਆਂ ਢਲਾਣਾਂ ਉੱਤੇ ਸਰਦੀ ਲਈ ਜੜੀਆਂ ਬੂਟੀਆਂ ਦੀ ਭਾਲ 'ਚ ਫਿਰਦੇ ਦਿਸਦੇ। ਉਹ ਮਾਨਸਰੋਵਰ ਤੇ ਕੈਲਾਸ਼ ਪਰਬਤ ਦੇ ਦੱਖਣ ਪੱਛਮ ਤੋਂ ਆਏ ਸਨ। ਕੈਲਾਸ਼ ਦੀ ਪਰਿਕਰਮਾ 64 ਮੀਲ ਤੇ ਮਾਨਸਰੋਵਰ ਦੀ 32 ਮੀਲ ਸੀ। ਅੱਜ ਉਹ ਕੈਲਾਸ਼ ਤੇ ਮਾਨਸਰੋਵਰ ਦੇ ਪੂਰਬ ਵੱਲੋਂ ਹੋ ਕੇ ਉੱਤਰ ਪੱਛਮ ਵੱਲ ਮੁੜ ਪਏ। ਉਹ ਨੇੜੇ ਤਿੱਬਤੀਆਂ ਦੇ 4 ਮੰਦਰਾਂ 'ਚ ਵੀ ਗਏ। ਉੱਥੋਂ ਦੇ ਪੁਜਾਰੀ ਨੇ ਬਾਬੇ ਨੂੰ ਪਦਮਾ ਸੰਭਵ ਉਰਗਿਆਨ ਇੱਕ ਫਕੀਰ ਦਾ ਨਾਂ ਕਹਿ ਕੇ ਪੁਕਾਰਿਆ। ਤੁਰਨ ਤੋਂ ਪਹਿਲਾਂ ਬਹੁਤ ਸਾਰੇ ਜਟਾਧਾਰੀਆਂ ਦੀਆਂ ਮੰਡਲੀਆਂ ਨੇ ਉੱਥੇ ਰੁਕਣ ਦੀ ਬੇਨਤੀ ਵੀ ਕੀਤੀ ਸੀ। ਉਹਨਾਂ ਅਜਿਹੀ ਗੁਫਾ ਦਾ ਜ਼ਿਕਰ ਕੀਤਾ ਜਿੱਥੇ ਉਹਨਾਂ ਨੂੰ ਚੁਫੇਰੇ ਫੈਲੀ ਬਰਫ਼ ਦਾ ਠੰਡਾ ਇੱਕ ਬੁੱਲਾ ਵੀ ਨਹੀਂ ਛੂਹੇਗਾ। ਥੋੜ੍ਹੀ ਦੇਰ ਬਾਬਾ ਸੁਣਦਾ ਰਿਹਾ। ਇਹਨਾਂ ਪਰਬਤਾਂ ਲਈ ਹੀ ਅਟਕ ਜਾਓ। ਜਟਾਧਾਰੀਆਂ ਦਾ ਮੁਖੀ ਅੱਗੇ ਆਇਆ। ਇਹ ਤਾਂ ਅਟੱਲ ਖੜੇ ਨੇ, ਖੜੇ ਵੀ ਰਹਿਣਗੇ। ਥੱਲੇ ਜਾਣਾ ਪਏਗਾ। ਪੂਰੀ ਖਲਕਤ ਕਸ਼ਟ ਵਿੱਚ। ਵੇਖਦਿਆਂ ਸਾਧੂਆਂ ਦਾ ਵੱਡਾ ਇਕੱਠ ਹੋ ਗਿਆ ਸੀ। ਪਿੱਛੋਂ ਰੁਕ ਜਾਣ ਲਈ ਆਵਾਜ਼ਾਂ ਆਉਂਦੀਆਂ ਰਹੀਆਂ, ਪਰ ਉਹ ਚੁੱਪਚਾਪ ਉਹਨਾਂ ਤੋਂ ਦੂਰ ਹੁੰਦੇ ਗਏ। ਉਹਨਾਂ ਦੇ ਪਿੱਛੇ ਇੱਕ ਸ਼ਿਸ਼ ਜਿਹਨੇ ਆਪਣਾ ਨਾਂ ਸੁਮੇਰੂ ਦੱਸਿਆ ਸੀ, ਉਹਨਾਂ ਦੇ ਨਾਲ ਤੁਰਿਆ। ਜਿੱਥੇ ਜਿੱਥੇ ਪਰਬਤਾਂ ਦੀ ਸਹਿਜ ਉਚਾਈ ਦਿਸਦੀ ਸੀ, ਨਜ਼ਰਾਂ 'ਚ ਪਿੱਛੇ ਹਟਦੀ ਗਈ। ਉੱਚੇ ਨੀਵੇਂ ਰਸਤਿਆਂ 'ਚ ਝਰਨੇ, ਪਾਣੀ ਦੀਆਂ ਧਾਰਾਂ ਆਉਂਦੀਆਂ ਰਹੀਆਂ। ਪਹਾੜਾਂ ਦੀਆਂ ਉਹ ਕਤਾਰਾਂ ਬਹੁਤ ਨਿਮਰ ਦਿਸਦੀਆਂ, ਜਿਹੜੀਆਂ ਵਹਿੰਦੇ ਪਾਣੀ ਵੱਲ ਝੁਕਦੀਆਂ ਕੋਲ ਆ ਕੇ ਕਿਨਾਰੇ ਬਣ ਜਾਂਦੀਆਂ ਸੀ। ਫਿਰ ਵੀ ਮਰਦਾਨੇ ਦਾ ਕੁਝ ਪੁੱਛਣ ਨੂੰ ਜੀਅ ਕਰ ਰਿਹਾ ਸੀ। ਇਸ ਵਾਰੀ ਤਾਂ ਕੋਈ ਵਿਛੋੜਾ ਵੀ ਨਹੀਂ ਸੀ ਪਿਆ। ਕਿਤੇ ਨਾਲ ਚੱਲਦੇ ਸ਼ਿਸ਼ ਦਾ ਵਿਛੋੜਾ ਤਾਂ ਉਹਦੇ 'ਚ ਨਹੀਂ ਸੀ ਉਤਰ ਰਿਹਾ। ਇੱਕ ਅਤੀਤ ਤੋਂ ਦੂਜੇ ਅਤੀਤ ਨੂੰ ਇਕੱਲਾ ਵੇਖ ਕੇ ਗੱਲੀਂ ਤਾਂ ਨਹੀਂ ਪਾਉਣਾ ਚਾਹੁੰਦਾ। ਇਹ ਇੱਕੋ ਵਾਰ ਮੈਂ ਦੋ ਕਿਉਂ ਹੋ ਜਾਂਦਾ? ਮਰਦਾਨੇ ਨੇ ਪਿੱਛੇ ਤੁਰੇ ਆਉਂਦੇ ਸੁਮੇਰੂ ਵੱਲ ਵੇਖਿਆ। ਉਹਦੇ ਨਾ ਪਿੰਡ ਦਾ ਪਤਾ ਸੀ, ਨਾ ਉਹਦੇ ਰਾਹਾਂ ਦਾ। ਫਿਰ ਵੀ ਨਾਲ ਤੁਰਦਾ ਕਿੰਨਾ ਪਿਆਰਾ ਲੱਗ ਰਿਹਾ ਸੀ। ਉਹ ਖਾਲੀ ਹੱਥ ਸੀ, ਸਿਰਫ ਪਹਿਨੇ ਹੋਏ ਮੋਟੇ ਚੋਗੇ ਸਨ। ਇੱਕ ਦਿਨ ਪਹਿਲਾਂ ਉਹਨੂੰ ਕਿਹਾ ਸੀ, ਸੁਮੇਰੂ ਕੱਲ੍ਹ ਨੂੰ ਅਸੀਂ ਇਹ ਜਗ੍ਹਾ ਛੱਡ ਰਹੇ ਹਾਂ, ਮਨ 'ਚ ਨਾ ਰੱਖੀ। ਜੋ ਪੁੱਛਣਾ ਬਾਬੇ ਤੋਂ ਪੁੱਛ ਲਈ। ਜੋ ਪੁੱਛਣਾ ਸੀ ਪੁੱਛ ਲਿਆ, ਜੋ ਸੁਣਨਾ ਸੀ ਸੁਣ ਲਿਆ। ਉਹਦੀ ਬਦਲੀ ਹੋਈ ਆਵਾਜ਼ ਸੁਣ ਮਰਦਾਨਾ ਇੱਕ ਟੱਕ ਉਹਦੇ ਵੱਲ ਵੇਖਦਾ ਰਿਹਾ ਸੀ। ਜਿਵੇਂ ਮਰਜ਼ੀ ਵੇਖੀ ਜਾ ਤੂੰ, ਮੈਨੂੰ ਤਾਂ ਹਾਲੇ ਬੇੜੀ ਦਿਸੀ ਹੈ। ਤੂੰ ਤੇ ਮਲਾਹ ਨਾਲ ਘੁੰਮ ਰਿਹਾ। ਉਹ ਮਾਨਸਰੋਵਰ ਕੰਢੇ ਠੰਡੀਆਂ ਹਵਾਵਾਂ 'ਚ ਗਲੇ ਮਿਲੇ। ਗਲਵੱਕੜੀ ਵੇਲੇ ਦੋਵਾਂ ਦੇ ਮੂੰਹੋਂ ਇਕੱਠਿਆ ਹੀ ਨਿਕਲਿਆ, ਗੁਰਭਾਈ। ਮਰਦਾਨੇ ਨੂੰ ਇਹ ਸ਼ਬਦ ਹਾਕ ਵਾਂਗ ਸੁਣਿਆ ਸੀ। ਉਹ ਗਾਰੂ ਤੋਂ ਹੁੰਦੇ ਹੋਏ ਰੋਹਤਕ ਦੇ ਪਾਨਸੌਂਗ ਝੀਲ ਕੋਲੋਂ ਲੰਘਦੇ ਚਸ਼ੂਲ ਵਾਲੇ ਰਸਤੇ ਲੱਦਾਖ ਪਹੁੰਚ ਗਏ। ਸੁਮੇਰੂ ਇਹਨਾਂ ਰਸਤਿਆਂ ਦਾ ਬਹੁਤ ਭੇਤੀ ਸੀ। ਇੱਕ ਜਗ੍ਹਾ ਰਾਤ ਵੇਲੇ ਉਹ ਇੱਕ ਅਜਿਹੀ ਗੁਫਾ 'ਚ ਲੈ ਕੇ ਗਿਆ ਜਿਹਦੇ ਅੰਦਰ ਮੈਦਾਨਾਂ ਵਰਗਾ ਨਿੱਘ ਸੀ। ਰਸਤੇ 'ਚ ਵੀ ਉਹਨੂੰ ਕਈ ਰਾਹੀਆਂ ਨੇ ਪੁੱਛਿਆ, ਇੰਨੀ ਦੂਰ ਕਿਵੇਂ ਆਏ ਹੋ ਸੁਮੇਰੂ? ਉਹਨੇ ਸਿਰਫ ਹੱਸ ਕੇ ਜਵਾਬ ਦਿੱਤਾ, ਨੇੜੇ ਹੀ ਆਇਆ। ਰਸਤੇ 'ਚ ਜਿੰਨੀ ਵਾਰ ਉਹਨਾਂ ਕੀਰਤਨ ਕੀਤਾ ਉਹ ਸਿਰਫ ਸੁਣਦਾ ਰਿਹਾ। ਉਹਦਾ ਮੂੰਹ ਮਰਦਾਨੇ ਨੂੰ ਇੱਕ ਵਾਰ ਵੀ ਹਿਲਦਾ ਨਹੀਂ ਦਿਸਿਆ। ਹੁਣ ਪਹਾੜਾਂ ਦੀਆਂ ਚੋਟੀਆਂ 'ਤੇ ਕਿਤੇ ਕਿਤੇ ਪਿੰਡ ਵਿਖਾਈ ਦੇਣ ਲੱਗੇ ਸਨ। ਪਲਾਂ 'ਚ ਹੀ ਉਹਨਾਂ ਉੱਪਰ ਬੱਦਲ ਘੁੰਮ ਜਾਂਦੇ। ਜਦੋਂ ਦੁਬਾਰਾ ਵੇਖਣ ਨੂੰ ਜੀਅ ਕਰਦਾ, ਉਦੋਂ ਤੱਕ ਉਹ ਕਿਸੇ ਪਹਾੜੀ ਓਹਲੇ ਹੋ ਜਾਂਦੇ। ਥੋੜ੍ਹੀ ਦੇਰ ਪਹਿਲਾਂ ਉਹਨਾਂ ਕੋਲੋਂ ਖੱਚਰਾਂ ਦਾ ਇੱਕ ਕਾਫਲਾ ਵੀ ਲੰਘਿਆ ਸੀ। ਕੱਲੀ ਦੇ ਗਲ 'ਚ ਕਈ ਟੱਲੀਆਂ ਪਈਆਂ ਹੋਈਆਂ ਸਨ। ਥੋੜ੍ਹੀ ਦੇਰ ਲਈ ਇਸ ਟੁਣਕਾਰ ਨੇ ਸੁੰਨਸਾਨ ਪਹਾੜਾਂ 'ਚ ਰੌਣਕ ਲਾਤੀ ਸੀ। ਫਿਰ ਉਹ ਸਾਹਮਣੇ ਵਾਲੀ ਸਿੱਧੀ ਚੜ੍ਹਾਈ ਚੜ੍ਹਦੀਆਂ ਦਿਸੀਆਂ। ਹੁਣ ਬਹੁਤ ਸਾਰੀਆਂ ਟੱਲੀਆਂ ਗਲ ਨੂੰ ਲੱਗ ਚੁੱਪ ਹੋ ਗਈਆਂ ਸਨ।
ਅਗਲੀ ਪਹਾੜੀ ਆ ਗਈ ਸੀ। ਇਹਨਾਂ ਪਹਾੜੀ ਰਾਹਾਂ ਦਾ ਇਹੋ ਹੀ ਸੁਭਾਅ ਸੀ। ਅਗਲੀ ਉਚਾਈ ਪਿਛਲੀ ਉਚਾਈ ਨੂੰ ਦਿਸਣੋਂ ਹਟਾ ਦਿੰਦੀ ਹੈ। ਉਹ ਚਸ਼ੂਲ ਪਹੁੰਚ ਗਏ ਸਨ। ਕਦੇ ਕਦੇ ਸੁਮੇਰੂ ਜਗ੍ਹਾ ਦਾ ਨਾਮ ਬੋਲ ਦਿੰਦਾ। ਉੱਥੇ ਇਹ ਉਪਸ਼ੀ ਤੋਂ ਹੁੰਦੇ ਹੋਏ ਕਾਰੂ ਨਗਰ ਪਹੁੰਚ ਗਏ, ਜੋ ਉਪਸ਼ੀ ਤੋਂ 20 ਮੀਲ ਦੇ ਕਰੀਬ ਸੀ। ਕਾਰੂ ਦੇ ਦੱਖਣ ਪੂਰਬ ਵੱਲ ਦੂਰ ਤੱਕ ਫੈਲੇ ਛੋਟੇ ਛੋਟੇ ਮਾਜਰੇ ਦਿਸ ਰਹੇ ਸਨ। ਇੱਕ ਮਾਜਰੇ 'ਚ ਵੜਦੇ ਸਾਰ ਇੱਕ ਖੂਹ ਤੋਂ ਪਾਣੀ ਭਰਦੀ ਮੁਟਿਆਰ ਨੇ ਲੱਜ ਦਾ ਸਹਾਰਾ ਲੈ ਕੇ ਅੱਖਾਂ ਉੱਪਰ ਚੁੱਕੀਆਂ। ਅਜਿਹੇ ਪਿੰਡਾਂ 'ਚ ਖੂਹ ਬਹੁਤ ਘੱਟ ਸੀ। ਸਭ ਪਾਣੀ ਝਰਨਿਆਂ ਤੋਂ ਆਉਂਦਾ ਸੀ। ਪਹਾੜਾਂ ਤੋਂ ਉਤਰਿਓ, ਵਗਦਾ ਨਹੀਂ ਖੜਾ, ਪਾਣੀ ਪੀ ਕੇ ਵੇਖੋ। ਉਸ ਖੂਹ ਕੋਲ ਹੀ ਬਾਬੇ ਨੇ ਆਪਣੀ ਪੰਡੋਕਲੀ ਰੱਖ ਦਿੱਤੀ। ਖੂਹ ਦੇ ਕੋਲ ਹੀ ਇੱਕ ਛੋਟੀ ਜਿਹੀ ਕੱਚੀ ਗੁਫਾ ਸੀ। ਇਸ ਪਿੰਡ 'ਚ ਉਹਨਾਂ 3 ਦਿਨ ਕੀਰਤਨ ਕੀਤਾ। ਤੀਜੇ ਦਿਨ ਉੱਪਰ ਦਿਸਦੇ ਛੋਟੇ ਮਾਜਰਿਆਂ ਤੋਂ ਵੀ ਲੋਕ ਕੀਰਤਨ ਸੁਣਨ ਆਏ। ਕਾਰੂ ਨਗਰ ਦੇ ਪੂਰਬ ਵੱਲ ਹੀ ਲਦਾਖ ਦੀ ਸਭ ਤੋਂ ਪੁਰਾਣੀ ਗੁਫਾ ਹੇਮਸ ਸੀ। ਇੱਕ ਵੱਡੇ ਪੱਥਰ 'ਤੇ ਬੈਠ ਕੇ ਬਾਬੇ ਨਾਲ ਇੱਥੇ ਬਹੁਤ ਸਾਰੇ ਲੋਕਾਂ ਨਾਲ ਗੋਸ਼ਟੀਆਂ ਕੀਤੀਆਂ। ਇੱਥੋਂ ਲੇਹ 25 ਮੀਲ ਦੂਰ ਦੱਖਣ ਵੱਲ ਸੀ। ਉਹ ਲੇਹ ਦੇ ਇਲਾਕੇ ਕਾਰੂ ਤੇ ਹੇਮਸ ਤੋਂ ਹੋ ਕੇ ਉਸ ਰਸਤੇ ਗਏ ਜੋ ਦਰਿਆ ਸਿੰਧ ਦੇ ਨੇ ਸਕਰਦੂ ਨੂੰ ਜਾਂਦਾ ਸੀ। ਸਕਰਦੂ ਦੀ ਵੀ ਲੇਹ ਵਾਂਗ ਦਰਿਆ ਸਿੰਧ ਦੇ ਕੰਢੇ 'ਤੇ ਹੀ ਸੀ। ਲੇਹ ਤੋਂ ਅੱਗੇ ਨਿੰਮੀ ਤੇ ਨਿੰਮੀ ਤੋਂ ਅੱਗੇ 20 ਕੋਹ ਉੱਤੇ ਖਾਲਸੀ ਨਗਰ ਆਬਾਦ ਸਨ। ਇਹਨਾਂ ਦੋਵਾਂ ਨਗਰਾਂ ਦੇ ਵਿਚਕਾਰ ਉਹਨਾਂ ਬਾਸਕੋ ਨਗਰ 'ਚ ਰਾਤ ਕੱਟੀ। ਉੱਥੇ ਇੱਕ ਰਾਖਸ਼ੀ ਚਿਹਰੇ ਨਾਲ ਵੀ ਮੁਲਾਕਾਤ ਹੋਈ। ਉਹਦੀਆਂ ਮਸਤ ਹਾਥੀਆਂ ਵਰਗੀਆਂ ਹਰਕਤਾਂ ਤੋਂ ਮਰਦਾਨੇ ਨੂੰ ਕਈ ਵਾਰ ਕਾਂਬੇ ਛਿੜੇ। ਧੰਨਵਾਦ। ਚੱਲ